Hello everybody, I am Harinder Singh, lecturer in Mechanical Engineering from Riyadh Polytechnic College। ਅੱਜ ਮੈਂ ਮਕੈਨੀਕਲ ਥਰਡ ਸਮੈਸਟਰ ਦੇ ਸਬਜੈਕਟ ਹੈ ਅਪਲਾਈਡ ਮਕੈਨਿਕਸ। ਉਹਦੇ ਵਿੱਚ ਇੱਕ ਟੌਪਿਕ ਕਵਰ ਕਰ ਰਹੇ ਹਾਂ ਜਿਹਦਾ ਨਾਮ ਹੈ ਕਨਸੈਪਟ ਆਫ ਫੋਰਸਿਸ। ਕਨਸੈਪਟ ਆਫ ਫੋਰਸਿਸ ਦੇ ਵਿੱਚ ਜੋ ਆਪਾਂ ਪਹਿਲਾ ਟੌਪਿਕ ਕਵਰ ਕਰਾਂਗੇ ਉਹਦਾ ਨਾਮ ਹੈ ਰੈਜ਼ੋਲੂਸ਼ਨ ਆਫ ਫੋਰਸਿਸ। It is defined as the process of splitting up the given force into number of components without changing its effects on the body is called as resolution of a force. A force is generally resolved along two mutually perpendicular directions. Resolution of force ਕੀ ਹੈ? ਅਸੀਂ ਕੋਈ ਵੀ ਇੱਕ ਫੋਰਸ ਨੂੰ ਦੋ ਡਿਫਰੈਂਟ ਜਾਂ ਨੰਬਰ ਆਫ ਕੰਪੋਨੈਂਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਆ, ਪਰ ਜਿਹੜੀ ਉਹ ਵਾਲੀ ਫੋਰਸ ਦਾ ਇਫੈਕਟ ਹੈ ਉਸ ਬੋਡੀ ਦੇ ਉੱਪਰ ਸੇਮ ਰਹਿੰਦਾ ਹੈ, ਉਸ ਨੂੰ ਅਸੀਂ ਬੋਲਦੇ ਹਾਂ ਰੈਜ਼ੋਲੂਸ਼ਨ ਆਫ ਫੋਰਸ। ਫੋਰਸ ਜਿਹੜੀ ਜਨਰਲੀ ਅਸੀਂ ਡਿਵਾਈਡ ਕਰਦੇ ਆ, ਇਹਨਾਂ ਦੀ ਜਿਹੜੀ ਡਾਇਰੈਕਸ਼ਨਸ ਹੁੰਦੀਆਂ, ਜੋ ਅਸੀਂ ਕੰਪੋਨੈਂਟਸ ਹੁੰਦੇ ਆ, ਉਹ ਆਪਸ ਦੇ ਵਿੱਚ ਕੀ ਹੁੰਦੇ ਆ? ਮਿਊਚੁਅਲੀ ਪਰਪੈਂਡੀਕੂਲਰ ਹੁੰਦੇ ਆ। ਦੈਟ ਮੀਨਸ ਉਹਨਾਂ ਦੇ ਐਂਗਲ ਜਿਹੜੇ ਹੋਣਗੇ ਆਪਸ ਦੇ ਵਿੱਚ, ਜੋ ਕੰਪੋਨੈਂਟਸ ਹੋਣਗੇ ਉਹ 90 ਡਿਗਰੀ ਹੋਣਗੇ। ਆਪਣੇ ਕੋਲ ਇੱਕ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੈਗੀ ਹੈ ਰੈਜ਼ੋਲੂਸ਼ਨ ਆਫ ਫੋਰਸ ਦੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਮੇਜ ਦੇ ਵਿੱਚ ਇੱਕ ਫੋਰਸ ਲੱਗ ਰਹੀ ਹੈ A, ਉਹਦਾ ਜਿਹੜਾ ਐਂਗਲ ਹੈ ਹੌਰੀਜ਼ੌਂਟਲ ਐਕਸਿਸ ਦੇ ਨਾਲ ਥੀਟਾ ਹੈ। ਅਸੀਂ A ਫੋਰਸ ਨੂੰ ਦੋ ਕੰਪੋਨੈਂਟਸ ਤੇ ਡਿਵਾਈਡ ਕਰਨਾ ਹੈ, ਜਿਵੇਂ ਕਿ ਜੋ ਹੌਰੀਜ਼ੌਂਟਲ ਕੰਪੋਨੈਂਟ ਆ ਉਹ ਆਪਾਂ ਡਿਨੋਟ ਕੀਤਾ ਹੋਇਆ ਹੈ AX ਦੇ ਨਾਲ, ਤੇ ਜੋ ਵਰਟੀਕਲ ਕੰਪੋਨੈਂਟ ਹੈ ਉਹ ਅਸੀਂ ਡੋਨੇਟ ਕੀਤਾ ਹੋਇਆ ਹੈ AY ਦੇ ਨਾਲ। ਇਹ ਇਮੇਜ ਕਲੀਅਰਲੀ ਸ਼ੋ ਕਰ ਰਹੀ ਹੈ ਕਿ ਜੋ ਅਸੀਂ A ਫੋਰਸ ਦੇ ਦੋ ਕੰਪੋਨੈਂਟਸ ਬਣਾਏ ਨੇ, ਉਹਨਾਂ ਦੇ ਆਪਸ ਦੇ ਵਿੱਚ ਜੋ ਐਂਗਲ ਹੈ ਉਹ ਐਂਗਲ ਹੈ 90 ਡਿਗਰੀ। ਦੇਖੋ AY ਐਂਡ AX ਦੇ ਵਿੱਚ ਜੋ ਐਂਗਲ ਹੈ ਉਹ 90 ਡਿਗਰੀ ਹੈ। ਦੈਟ ਮੀਨਸ ਇਹ ਦੋਨੋਂ ਕੰਪੋਨੈਂਟ ਆਪਸ ਦੇ ਵਿੱਚ ਮਿਊਚੁਅਲੀ ਪਰਪੈਂਡੀਕੂਲਰ। ਪ੍ਰਿੰਸੀਪਲ ਆਫ resolution force. It states the algebraic sum of the resolved part of a number of forces in a given direction is equal to the resolved part of their resultant in the same direction. It means ਕੀ ਹੈ ਕਿ ਕਿਸੇ ਵੀ ਬੋਡੀ ਦੇ ਉੱਪਰ ਜਿੰਨੀਆਂ ਵੀ ਫੋਰਸਿਸ ਲੱਗ ਰਹੀਆਂ ਉਹਨਾਂ ਦੇ ਜਿਹੜੇ ਰਿਜ਼ੋਲਵਡ ਪਾਰਟ ਹੋਣਗੇ, ਮੀਨਸ ਜਾਂ ਵੀ ਕੋਈ ਹੌਰੀਜ਼ੌਂਟਲ ਪਾਰਟ, ਇਟ ਮੇ ਬੀ ਵਰਟੀਕਲ ਪਾਰਟ, ਉਹ ਕਿਸ ਚੀਜ਼ ਦੇ ਇਕੁਅਲ ਹੋਣਗੇ? ਇਕੁਅਲ ਟੂ ਦੀ ਰਿਜ਼ੋਲਵਡ ਪਾਰਟ ਆਫ ਦ ਰਿਜ਼ਲਟੈਂਟ। ਜਿੰਨੇ ਵੀ ਉਹਨਾਂ ਦੇ ਰਿਜ਼ਲਟੈਂਟ ਹੋਣਗੇ ਸੇਮ ਡਾਇਰੈਕਸ਼ਨ ਦੇ ਵਿੱਚ, ਉਹ ਉਹਨਾਂ ਦੇ ਇਕੁਅਲ ਹੋਣਗੇ। Next topic is composition of forces. Composition of forces, that is net force. It is also known as resultant force. Composition force is the overall force acting on an object when all individual forces acting on the object are added together. Then the net force is a vector produced when two or more forces act on a single object. ਕੰਪੋਜੀਸ਼ਨ ਆਫ ਫੋਰਸਿਸ ਦਾ ਮਤਲਬ ਕੀ ਹੈ? ਵੀ ਜਦੋਂ ਕਿਸੇ ਵੀ ਆਬਜੈਕਟ ਦੇ ਉੱਪਰ ਨੰਬਰ ਆਫ ਫੋਰਸਿਸ ਐਕਟ ਕਰ ਰਹੀਆਂ, ਅਸੀਂ ਉਹਨਾਂ ਫੋਰਸਿਸ ਨੂੰ ਐਡ ਕਰਕੇ ਜੋ ਇੱਕ ਨੈਟ ਵੈਕਟਰ ਪ੍ਰੋਡਿਊਸ ਹੁੰਦਾ ਹੈ, ਵੈਕਟਰ ਮਤਲਬ ਇੱਕ ਨੈਟ ਇਫੈਕਟ ਯੂਜ਼ ਹੁੰਦਾ ਹੈ, ਇੱਕ ਨੈਟ ਫੋਰਸ ਯੂਜ਼ ਮਿਲਦੀ ਹੈ ਆਪਾਂ ਨੂੰ, ਉਸ ਫੋਰਸ ਨੂੰ ਅਸੀਂ ਕੀ ਬੋਲਦੇ ਹਾਂ? ਨੈਟ ਫੋਰਸ। ਗਲਤ ਬੋਲ ਦਿੱਤਾ ਤੁਸੀਂ ਨੇ। This is the graphical representation of the composition of forces. ਇਹਦੇ ਵਿੱਚ ਕੀ ਹੈ? ਇੱਕ ਹੌਰੀਜ਼ੌਂਟਲ ਫੋਰਸ ਹੈ, ਇਹ ਵਾਲੀ ਜੋ ਫੋਰਸ ਇੱਕ ਹੌਰੀਜ਼ੌਂਟਲ ਫੋਰਸ ਹੈ, ਇਹ ਜੋ ਫੋਰਸ ਹੈ ਇੱਕ ਵਰਟੀਕਲ ਫੋਰਸ ਹੈ। ਇਹਨਾਂ ਦੋਨਾਂ ਦੇ ਨੈਟ ਇਫੈਕਟ ਨਾਲ ਜਿਹੜੀ ਵੈਕਟਰ ਫੋਰਸ ਤੀਸਰੀ ਫੋਰਸ ਬਣ ਰਹੀ ਹੈ, ਦਿਸ ਇਜ਼ ਕਾਲਡ ਐਜ਼ ਨੈਟ ਫੋਰਸ। ਯਾਨੀ ਕਿ ਇੱਕ ਫੋਰਸ ਹੌਰੀਜ਼ੌਂਟਲ ਲੱਗ ਰਹੀ ਹੈ, ਇੱਕ ਫੋਰਸ ਵਰਟੀਕਲ ਲੱਗ ਰਹੀ ਹੈ,
बट ਜਿਹੜਾ ਉਹਨਾਂ ਦਾ ਨੈਟ ਇਫੈਕਟ ਹੈ ਉਹ ਇਸ ਡਾਇਰੈਕਸ਼ਨ 'ਚ ਪਏਗਾ। this is called as net force and also called as composition of forces. Principle of composition force: the net force is a vector produced when two or more forces act on a single object. It is calculated by vector addition of the force vectors acting on the object. ਇਹਦੇ ਵਿੱਚ ਕੀ ਹੈ, ਅਗਰ ਇੱਕ ਬੋਡੀ ਦੇ ਉੱਪਰ ਦੋ ਜਾਂ ਦੋ ਤੋਂ ਜ਼ਿਆਦਾ ਫੋਰਸਿਸ ਐਕਟ ਕਰ ਰਹੀਆਂ ਤਾਂ ਉਹਨਾਂ ਦਾ ਜਿਹੜਾ ਰਿਜ਼ਲਟੈਂਟ ਜਾਂ ਫੋਰਸ ਵੈਕਟਰ ਕੈਲਕੂਲੇਟ ਕਰਨਾ ਹੈ ਉਹ ਕੈਲਕੂਲੇਟਡ ਹੁੰਦਾ ਹੈ ਵੈਕਟਰ ਐਡੀਸ਼ਨ ਦੇ ਨਾਲ। Our next topic is the resultant force. What is resultant force? When an object is subject to several forces, then the resultant force is the force that alone produces the same acceleration as all those forces. Resultant force ਕੀ ਹੈ, ਜਦੋਂ ਲੈਟਸ ਸੇ ਕਿ ਕਿਸੇ ਬੋਡੀ ਦੇ ਉੱਪਰ 4 or 5 ਫੋਰਸਿਸ ਐਕਟ ਕਰ ਰਹੀਆਂ ਤਾਂ ਉਹਨਾਂ ਦੇ ਵਿੱਚੋਂ ਜੋ ਅਸੀਂ ਕੰਬਾਈਨਡ ਐਫਰਟ ਕੱਢਾਂਗੇ, ਕੰਬਾਈਨਡ ਐਫਰਟ ਕੱਢਣ ਤੋਂ ਬਾਅਦ ਜੋ ਵੀ ਇੱਕ ਫੋਰਸ ਆਏਗੀ ਉਹ ਇੱਕ ਸਿੰਗਲ ਫੋਰਸ ਬਾਕੀ ਸਾਰੀ ਫੋਰਸਿਸ ਦੇ ਸੇਮ ਐਕਸਲਰੇਸ਼ਨ ਔਰ ਸੇਮ ਇਫੈਕਟ ਪ੍ਰੋਡਿਊਸ ਕਰੂਗੀ ਜੋ 5 ਫੋਰਸਿਸ ਕੰਬਾਈਨ ਹੋ ਕੇ ਇਫੈਕਟ ਪ੍ਰੋਡਿਊਸ ਕਰਦੀਆਂ। that force is called as resultant force. We have some examples. uh, let's start with the simple case in which an object is subject to two forces that act in a same direction. ਆਪਣੇ ਕੋਲ ਇੱਕ ਐਗਜ਼ਾਮਪਲ ਹੈਗੀ ਹੈ, ਇਹਦੇ ਵਿੱਚ ਇੱਕ ਆਬਜੈਕਟ ਹੈ, ਉਹਦੇ ਦੇ ਉੱਪਰ ਦੋ ਫੋਰਸਿਸ ਐਕਟ ਕਰ ਰਹੀਆਂ। ਪਹਿਲੀ ਫੋਰਸ 3 ਨਿਊਟਨ, ਸੈਕੰਡ ਫੋਰਸ 4 ਨਿਊਟਨ, ਦੋਨੋਂ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੀਆਂ। then resultant ਕੀ ਹੋਏਗਾ, the resultant force is in the same direction as the two forces and has the magnitude equal to the sum of the two magnitudes. ਹੁਣ ਸਾਡੀ ਬੋਡੀ ਦੇ ਉੱਪਰ ਇੱਕ 3 ਨਿਊਟਨ ਦੀ ਫੋਰਸ ਲੱਗ ਰਹੀ ਹੈ, ਇੱਕ 4 ਨਿਊਟਨ ਦੀ ਫੋਰਸ ਲੱਗ ਰਹੀ ਹੈ, ਯਾਨੀ ਕਿ ਜੋ ਰਿਜ਼ਲਟੈਂਟ ਫੋਰਸ ਹੋਏਗੀ ਉਹ ਦੋਨਾਂ ਦਾ ਸਮ ਹੋਏਗਾ, the sum of two magnitudes. ਮੈਗਨੀਟਿਊਡ ਕੀ ਹੋ ਗਿਆ, ਇਹਦੀ ਅਮਾਊਂਟ ਕਿੰਨੀ ਹੈ 3 ਨਿਊਟਨ, ਇਹਦੀ ਅਮਾਊਂਟ ਕਿੰਨੀ ਹੈ 4 ਨਿਊਟਨ। 3 + 4 7 ਨਿਊਟਨ। ਕਿਸ ਡਾਇਰੈਕਸ਼ਨ 'ਚ ਲੱਗੇਗਾ, ਜਿਸ ਡਾਇਰੈਕਸ਼ਨ ਦੇ ਵਿੱਚ ਦੋਨੋਂ ਫੋਰਸਿਸ ਲੱਗ ਰਹੀਆਂ। then the net force is equals to 7 Newton. Now we have a second example in which the two forces acting in opposite direction, यानी कि ये एक बॉडी ਦੇ ਉੱਪਰ ਜੋ ਫੋਰਸਿਸ ਲੱਗ ਰਹੀਆਂ ਲਾਸਟ ਵਾਲੀ ਐਗਜ਼ਾਮਪਲ ਦੇ ਵਿੱਚ ਸਿੰਗਲ ਡਾਇਰੈਕਸ਼ਨ ਦੇ ਵਿੱਚ ਲੱਗ ਰਹੀਆਂ ਸੀ, ਹੁਣ ਕੀ ਹੈ opposite direction ਦੇ ਵਿੱਚ ਲੱਗ ਰਹੀਆਂ। Let's consider the case in which an object is subject to two forces that act in opposite directions. If the two forces are equal in magnitude, इस ऑब्जेक्ट ਦੇ ਉੱਪਰ ਦੋ ਫੋਰਸਿਸ ਲੱਗ ਰਹੀਆਂ, ਦੋਨੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੱਗ ਰਹੀਆਂ ਤੇ ਉਹਨਾਂ ਦਾ ਮੈਗਨੀਟਿਊਡ ਵੀ ਕੀ ਹੈ ਸੇਮ ਹੈ। that means ਇਸ ਸਾਈਡ ਵੀ 3 ਨਿਊਟਨ ਫੋਰਸ ਲੱਗ ਰਹੀ ਹੈ, ਇਸ ਸਾਈਡ ਵੀ 3 ਨਿਊਟਨ ਫੋਰਸ ਲੱਗ ਰਹੀ ਹੈ। then the resultant force will be 0 because the opposite forces cancels each other out. ਆਪਣੀ ਜਿਹੜੀ ਬੋਡੀ ਹੈ ਉਹ ਸਟੇਬਲ ਰਹੇਗੀ ਕਿਉਂਕਿ ਲੈਫਟ ਹੈਂਡ ਸਾਈਡ ਵੀ ਕੀ ਹੈ 3 ਨਿਊਟਨ ਫੋਰਸ ਲੱਗ ਰਹੀ ਹੈ, ਰਾਈਟ ਹੈਂਡ ਸਾਈਡ ਵੀ ਕੀ ਹੈ 3 ਨਿਊਟਨ ਫੋਰਸ ਲੱਗ ਰਹੀ ਹੈ। ਜਦੋਂ ਅਸੀਂ ਇਹਨੂੰ ਐਡ ਕਰਾਂਗੇ ਤਾਂ ਇਹ ਦੋਨੇ ਇੱਕ ਦੂਜੇ ਨੂੰ ਕੈਂਸਲ ਆਊਟ ਕਰ ਦੇਣਗੇ। On the other hand, if the two forces are not equal in magnitude, same last example ਹੈ, ਦੋ ਆਪੋਜ਼ਿਟ ਫੋਰਸਿਸ ਲੱਗ ਰਹੀਆਂ, ਦੋਨਾਂ ਦੇ ਵਿੱਚ ਜਿਹੜਾ ਮੈਗਨੀਟਿਊਡ ਹੈ ਹੁਣ ਡਿਫਰੈਂਟ ਹੈ। ਹੁਣ ਇਸ ਸਾਈਡ ਕੀ ਹੈ 3 ਨਿਊਟਨ ਹੈ, ਇਸ ਸਾਈਡ ਕੀ ਫੋਰਸ ਲੱਗ ਰਹੀ ਹੈ 5 ਨਿਊਟਨ। then the resultant force will be in the same direction as the force with larger magnitude. यानी की कह रहे हैं
ਕਿ ਰਿਜ਼ਲਟੈਂਟ ਉਸ ਡਾਇਰੈਕਸ਼ਨ ਦੇ ਵਿੱਚ ਹੋਏਗਾ ਜਿਸ ਡਾਇਰੈਕਸ਼ਨ ਦੇ ਵਿੱਚ ਫੋਰਸ ਦਾ ਮੈਗਨੀਟਿਊਡ ਜ਼ਿਆਦਾ ਹੋਏਗਾ, ਯਾਨੀ ਕਿ ਰਿਜ਼ਲਟੈਂਟ ਫੋਰਸ ਕਿਸ ਡਾਇਰੈਕਸ਼ਨ 'ਚ ਆਏਗੀ, ਇਸ ਡਾਇਰੈਕਸ਼ਨ ਦੇ ਵਿੱਚ। ਕਿਉਂ ਆਏਗੀ, ਕਿਉਂਕਿ ਇਹਦਾ ਮੈਗਨੀਟਿਊਡ ਕੀ ਹੈ 5 ਹੈ, ਇਸ ਸਾਈਡ ਮੈਗਨੀਟਿਊਡ ਕੀ ਹੈ 3 ਹੈ। ਦੈਟ ਮੀਨਸ ਸਾਡੀ ਜਿਹੜੀ ਬੋਡੀ ਹੈ ਉਹ ਸਲਾਈਡ ਕਰੇਗੀ ਟੂਵਰਡਸ this direction. Then the difference between the magnitude of the two forces is 2 Newton. That means जो resultant force का magnitude होएगा वो दोनों forces का difference होएगा। इस साइड 5 न्यूटन force लग रही है, इस साइड लग रही है 3 न्यूटन। 5 minus 3, then the resultant force magnitude is 2 Newton. Now we have the case in which more than two forces parallel to one another। ਇਹਦੇ ਵਿੱਚ ਕੀ ਹੈ, ਇੱਕ ਬੋਡੀ ਦੇ ਉੱਪਰ ਪਹਿਲਾਂ ਕੀ ਸੀਗਾ, ਸਿੰਗਲ ਫੋਰਸ ਲੱਗਦੀ ਸੀ, ਇੱਕ ਲੈਫਟ ਹੈਂਡ ਸਾਈਡ ਫੋਰਸ ਲੱਗ ਰਹੀ ਸੀ, ਇੱਕ ਰਾਈਟ ਹੈਂਡ ਸਾਈਡ। ਹੁਣ ਕੀ ਹੈ, ਪੈਰਲਲ ਫੋਰਸਿਸ ਲੱਗ ਰਹੀਆਂ ਤੇ ਨੰਬਰ ਆਫ ਫੋਰਸਿਸ ਲੱਗ ਰਹੀਆਂ। Let's now consider the case in which an object is subject to more than two parallel forces। ਇਹਦੇ ਵਿੱਚ ਲੈਫਟ ਹੈਂਡ ਸਾਈਡ ਤੇ ਦੇਖੋ ਇੱਕ 3 ਨਿਊਟਨ ਦੀ ਫੋਰਸ ਲੱਗ ਰਹੀ ਹੈ, ਇੱਕ 4 ਨਿਊਟਨ ਦੀ ਫੋਰਸ ਲੱਗ ਰਹੀ ਹੈ। ਰਾਈਟ ਹੈਂਡ ਸਾਈਡ ਵਿੱਚ 5 Newton and 6 Newton. To find out the resultant force in this case, we first sum all the forces that go in one direction and then all the forces that go in other direction। ਕੀ ਕਹਿ ਰਹੇ हैं, ਜੋ ਲੈਫਟ ਹੈਂਡ ਸਾਈਡ ਦੇ ਉੱਪਰ ਜੋ ਵੀ ਫੋਰਸਿਸ ਲੱਗ ਰਹੀਆਂ ਜਿਹੜੀ ਡਾਇਰੈਕਸ਼ਨ ਦੇ ਵਿੱਚ, ਪਹਿਲਾਂ ਆਪਾਂ ਉਹਨਾਂ ਨੂੰ ਸਮ ਕਰ ਲਾਂਗੇ। ਸੇਮ ਐਜ਼ ਇਟ ਇਜ਼ ਜੋ ਫੋਰਸਿਸ ਰਾਈਟ ਹੈਂਡ ਸਾਈਡ ਲੱਗ ਰਹੀਆਂ ਉਹਨਾਂ ਦਾ ਸਮ ਕਰ ਲਾਂਗੇ। 3 plus 4 7 न्यूटन, 5 plus 6 11 न्यूटन। ਉਸ ਤੋਂ ਬਾਅਦ ਨੈਟ ਰਿਜ਼ਲਟੈਂਟ ਕੈਲਕੂਲੇਟ ਕਰਨ ਲਈ ਕੀ ਕਰਾਂਗੇ, ਮੈਗਨੀਟਿਊਡ ਚੈੱਕ ਕਰਾਂਗੇ। ਰਾਈਟ ਹੈਂਡ ਸਾਈਡ ਮੈਗਨੀਟਿਊਡ ਕਿੰਨਾ ਹੈ 11, ਲੈਫਟ ਹੈਂਡ ਸਾਈਡ ਮੈਗਨੀਟਿਊਡ ਕਿੰਨਾ ਹੈ 7, सॉरी लेफ्ट हैंड साइड 7 न्यूटन, राइट हैंड साइड 11 न्यूटन। दैट मीन्स जो रिजल्टेंट फोर्स लगेगी टूवर्ड्स राइट साइड लगेगी एंड किन्ने मैग्नीट्यूड ਦੀ लगेगी ਉਹ ਆਪਾਂ ਮਾਈਨਸ ਕਰ ਲਾਂਗੇ। 11 minus 7 that is 4। We have discussed few problems in which the forces are acting on a body in parallel direction। Now the two forces that are not parallel, ਹੁਣ ਆਪਣਾ ਜੋ ਕੇਸ ਹੈ ਉਹਦੇ ਵਿੱਚ ਕੀ ਹੈ ਕਿ ਜਿਹੜੀ ਸਾਡੇ ਫੋਰਸਿਸ ਆ ਉਹ ਪੈਰਲਲ ਨਹੀਂ ਹਨ। In the previous cases we have the forces that are parallel to one another। It's time to consider the case in which an object is subject to two forces that are not parallel। For example, let's assume that we have a block subject to two forces F1 and F2, F1 and F2। F1 has magnitude 50 Newton, F1 force has magnitude of 50 Newton and is applied at 45 degree and is applied at 45 degree, whereas F2 force has magnitude 60 Newton and applied horizontally as shown in the free body diagram below। फिगर ਦੇ ਵਿੱਚ ਦੋ ਫੋਰਸਿਸ ਲੱਗ ਰਹੀਆਂ, फोर्स F1, फोर्स F2। F2 फोर्स हॉरिजॉन्टली लग रही है, F1 फोर्स एक एंगल ਤੇ ਲੱਗ ਰਹੀ ਹੈ 45 डिग्री ਦਾ एंगल ਬਣਾ ਰਹੀ ਹੈ हॉरिजॉन्टल लाइन ਦੇ ਨਾਲ। और ਦੋਨਾਂ ਦਾ मैग्नीट्यूड F1 फोर्स ਦਾ मैग्नीट्यूड 50 न्यूटन है ਤੇ F2 बॉडी ਦਾ F2 फोर्स ਦਾ जो मैग्नीट्यूड है वो है 60 न्यूटन। In this case we divide the forces into two coordinate systems, that is x and y। Let's see how do we find the resultant force in this case। The first step is to draw coordinate axis on our free body diagram। ਆਪਾਂ ਨੇ ਕੀ ਕਰਨਾ ਹੈ, ਬੋਡੀ ਦੇ ਉੱਪਰ ਦੋ ਐਕਸਿਸ ਡਰਾ ਕਰ ਲੈਣੀ ਹੈ, x axis and y axis। Since one of the two forces is horizontal, for convenience we choose the x axis
as horizontal axis and y-axis as vertical axis, and we place the origin at the center of our block. ਆਪਾਂ ਕੀ ਕਰਨਾ ਹੈ, ਇੱਕ x axis ਬਣਾ ਲੈਣੀ ਹੈ, ਇੱਕ y axis ਬਣਾ ਲੈਣੀ, ਜਿਨ੍ਹਾਂ ਦਾ origin body ਦੇ ਬਿਲਕੁਲ center ਦੇ ਵਿੱਚ ਹੋਏਗਾ। x axis ਨੂੰ ਆਪਾਂ as a horizontal axis treat ਕਰਾਂਗੇ, y axis ਨੂੰ as a ਆਪਾਂ vertical axis treat ਕਰਾਂਗੇ। Then the next step is to determine the x and y components of all the forces that act on the block. ਆਪਾਂ force F1 ਨੂੰ resolute ਕਰਤਾ ਹੈ ਦੋ components ਦੇ ਵਿੱਚ। One component is horizontal component, second component is vertical component। horizontal component ਨੂੰ ਆਪਾਂ denote ਕਰਾਂਗੇ F1 x ਦੇ ਨਾਲ, ਕਿਉਂਕਿ ਇਹ x axis ਦੇ direction ਦੇ ਵਿੱਚ ਹੈ। जो vertical component है उन्होंने ਆਪਾਂ denote ਕਰਾਂਗੇ F1y, that is in vertical axis। net forces calculate ਕਰਨ ਲਈ ਆਪਾਂ trigonometric functions use ਹੋਣਗੇ, ਤੇ ਜੋ forces horizontal ਲੱਗ ਰਹੀਆਂ ਉਹ ਅਲੱਗ ਤੋਂ add ਹੋਣਗੀਆਂ, ਜੋ forces vertical ਲੱਗ ਰਹੀਆਂ ਉਹ ਅਲੱਗ ਤੋਂ add ਹੋਣਗੀਆਂ। let's start with the equation। first is F1x। this is the horizontal component of force F1। the angle is in between these two forces is 45 degree, then the horizontal component is treated as cos, so that is F1 cos 45, so this component is F1 cos 45। second one is F1y, that is vertical component, so this is opposite of 45 degree angle, so that is treated as sine, so this is F1 sine 45, the vertical component is F1 sine 45 and the horizontal component is F1 cos 45। the second force is F2x, the horizontal component of F2 is exactly F2 and the vertical component of F2 force is 0, so it is clearly shows that they are 0। now we go for a sum of all the forces in same direction। if we sum all the x components we will get the x component of the resultant force। then F1x horizontal axis ਦੇ ਵਿੱਚ ਕਿਹੜੀ forces ਲੱਗ ਰਹੀਆਂ, ਇੱਕ F1x ਤੇ ਇੱਕ F2x, then the resultant force in x direction is equals to F1x plus F2x। F1x ਦੀ ਵੈਲਿਊ ਹੈਗੀ ਹੈ F1 cos 45 degree, F1 cos 45 degree। F2x ਦੀ ਵੈਲਿਊ ਹੈਗੀ ਹੈ F2, ਉਹ as it is F2 ਹੈਗੀ। then put the values, F1 ਦੀ ਵੈਲਿਊ ਜੋ ਮੈਗਨੀਟਿਊਡ ਸੀਗਾ ਉਹ 50 ਨਿਊਟਨ ਸੀਗਾ, cos 45 ਦੀ ਵੈਲਿਊ ਪੁੱਟ ਕਰ ਦਾਂਗੇ, ਤੇ F2 ਦੀ ਜੋ ਮੈਗਨੀਟਿਊਡ ਹੈ ਉਹ 60 ਨਿਊਟਨ ਹੈ। R resultant in the direction of x ਕਿੰਨਾ ਆ ਗਿਆ 95 ਨਿਊਟਨ। same as it is ਹੁਣ ਆਪਾਂ vertical component use ਕਰਾਂਗੇ, resultant of y is equals to F1y and F2y, put the values in it, F1y is equals to F1 sine 45 degree and F2y is equals to 0, then put the value of magnitude as well as the value of sine 45, then get the resultant in the direction of y equal to 35 Newton। यानी कि अपने को दो रिजल्टेंट दी वैल्यूज आ गई हैं, एक इन द डायरेक्शन ऑफ x और एक इन द डायरेक्शन ऑफ y, that is rx is equals to 95 Newton and ry equal to 35 Newton। At that point we know that x and y components of r which we can use to find the magnitude and direction of r, that is rx is equal to 95 Newton and ry is 35 Newton। ਆਪਾਂ ਨੇ ਜਿਵੇਂ ਕਿ ਲਾਸਟ ਸਲਾਈਡ ਦੇ ਵਿੱਚ ਕੀ ਕੀਤਾ ਹੈ, ਰਿਜ਼ਲਟੈਂਟ ਦੀ x ਐਕਸਿਸ ਦੇ ਵਿੱਚ ਮੈਗਨੀਟਿਊਡ ਤੇ ਡਾਇਰੈਕਸ਼ਨ ਕੈਲਕੂਲੇਟ ਕਰ ਲਈ ਹੈ, ਤੇ ਰਿਜ਼ਲਟੈਂਟ ਦੀ y ਐਕਸਿਸ ਦੇ ਵਿੱਚ ਮੈਗਨੀਟਿਊਡ ਤੇ ਡਾਇਰੈਕਸ਼ਨ ਕੈਲਕੂਲੇਟ ਕਰ ਦਿਓ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਇਹ ਜਿਵੇਂ ਕਿ ਹੈ rx in the direction of x, ry in the direction of y, ਹੁਣ ਅਸੀਂ ਕੀ ਕੈਲਕੂਲੇਟ ਕਰਨਾ, r ਦੀ ਵੈਲਿਊ ਕੈਲਕੂਲੇਟ ਕਰਨੀ ਹੈ। r ਦੀ ਵੈਲਿਊ ਕੈਲਕੂਲੇਟ ਕਿੱਦਾਂ ਕਰਾਂਗੇ, ਆਪਾਂ ਇੱਕ ਪਾਇਥਾਗੋਰਸ ਥਿਊਰਮ ਹੈ
ਇਹਦੇ ਵਿੱਚ ਕੀ ਹੈ ਆਰ ਵਾਈ ਦਾ ਜਿਹੜਾ ਮੈਗਨੀਟਿਊਡ ਹੈ ਸੇਮ ਐਜ਼ ਇਟ ਇਜ਼ ਇੱਥੇ ਫਿਟ ਹੋ ਜਾਏਗਾ ਤੇ ਇਹਨੂੰ ਅਸੀਂ ਐਜ਼ ਇਟ ਟ੍ਰੀਟ ਕਰਾਂਗੇ ਰਾਈਟ ਐਂਗਲ ਟ੍ਰਾਇੰਗਲ। then hypotenuse, this one is hypotenuse, this is base and this is perpendicular। r ਦੀ ਵੈਲਿਊ ਕੈਲਕੂਲੇਟ ਕਰਨ ਲਈ ਕੀ ਕਰਾਂਗੇ r equals to under root r x square plus r y square। r x ਦੀ ਵੈਲਿਊ ਕਿੰਨੀ ਹੈ 95 ਨਿਊਟਨ, r y ਦੀ ਕਿੰਨੀ ਵੈਲਿਊ ਹੈ 35 ਨਿਊਟਨ। r ਦੀ ਵੈਲਿਊ ਕੈਲਕੂਲੇਟ ਕਰਕੇ ਆ ਗਈ ਹੈ 100 ਨਿਊਟਨ, ਯਾਨੀ ਕਿ ਜੋ ਸਾਡੇ ਰਿਜ਼ਲਟੈਂਟ ਦਾ ਮੈਗਨੀਟਿਊਡ ਹੈ ਉਹ ਕਿੰਨਾ ਆ ਗਿਆ 100 ਨਿਊਟਨ। ਸੈਕੰਡ ਪਾਰਟ ਕੀ ਕੈਲਕੂਲੇਟ ਕਰਨਾ ਆਪਾਂ ਨੇ ਥੀਟਾ। ਥੀਟਾ ਲਈ ਕੀ ਯੂਜ਼ ਕਰਾਂਗੇ ਆਪਾਂ ਟ੍ਰਿਗਨੋਮੈਟ੍ਰਿਕ ਫੰਕਸ਼ਨ ਟੈਂਜੈਂਟ ਥੀਟਾ ਯੂਜ਼ ਕਰਾਂਗੇ। ਟੈਂਜੈਂਟ ਥੀਟਾ ਇਜ਼ ਇਕੁਅਲ ਟੂ परपेंडिकुलर अपॉन बेस। परपेंडिकुलर की वैल्यू कितनी है 35 और बेस की वैल्यू कितनी है 95। थीटा इज इक्वल्स टू टेंजेंट इनवर्स 35 न्यूटन डिवाइड बाय 95 न्यूटन, कितना एंगल आ गया 20 डिग्री। Thus the resultant force R has magnitude 100 Newton and direction angle of 20 degree with horizontal axis। ਲਾਸਟ ਐਗਜ਼ਾਮਪਲ ਦੇ ਵਿੱਚ ਆਪਾਂ ਨੇ ਜਿਵੇਂ ਕਿ ਦੇਖਿਆ ਸੀ ਦੋ ਫੋਰਸਿਸ ਲੱਗ ਰਹੀਆਂ ਸੀ, ਇੱਕ ਹੌਰੀਜ਼ੌਂਟਲ ਕੰਪੋਨੈਂਟ ਸੀ, ਇੱਕ ਫੋਰਸ ਲੱਗ ਰਹੀ ਸੀ ਹੌਰੀਜ਼ੌਂਟਲ ਦੇ ਨਾਲ 45 ਡਿਗਰੀ। ਅਗਰ ਦੋ ਜਾਂ ਦੋ ਤੋਂ ਜ਼ਿਆਦਾ ਫੋਰਸਿਸ ਲੱਗਣਾ, ਜਿਵੇਂ ਕਿ ਐਗਜ਼ਾਮਪਲ ਹੈ ਮੋਰ ਦੈਨ 2 ਨੋਨ ਪੈਰਲਲ ਫੋਰਸਿਸ, ਇਹਦੇ ਵਿੱਚ ਕਿੰਨੀਆਂ ਫੋਰਸਿਸ ਲੱਗ ਰਹੀਆਂ ਤਿੰਨ ਫੋਰਸਿਸ ਲੱਗ ਰਹੀਆਂ F1 F2 F3। ਸੇਮ ਲਾਸਟ ਜਿਵੇਂ ਆਪਾਂ ਕੀਤਾ ਫੋਰਸ ਨੂੰ ਅਸੀਂ ਰੈਜ਼ੋਲਿਊਟ ਕਰ ਲੈਣਾ, ਜਿਵੇਂ ਕਿ ਇਹ ਵਾਲਾ ਕੰਪੋਨੈਂਟ ਵਰਟੀਕਲ ਕੰਪੋਨੈਂਟ ਹੈ, ਇਹ ਵਾਲਾ ਕੰਪੋਨੈਂਟ हॉरिजॉन्टल कंपोनेंट है, बट ये वाली जी फोर्स है F3 फोर्स है ना ये हॉरिजॉन्टल कंपोनेंट कवर कर रही है ना ये वर्टिकल कंपोनेंट कवर कर रही है। सो F3 फोर्स में दो कंपोनेंट से भी डिवाइड कर लेना। वन इज F3x इन द हॉरिजॉन्टल एक्सिस एंड F3y इज इन द वर्टिकल एक्सिस। सेम एज इट इज अपने हॉरिजॉन्टल वाली जो फोर्सिस हैं उन्होंने अलग तो डोनेट करके अलग तो लिख लेना, जो वर्टिकल एक्सिस वाली फोर्सिस ने उन्होंने अलग तो लिख लेना। सो जिमें कि F1x ਕਿਹੜੀ ਫੋਰਸ ਸੀ ਇਹ ਹੌਰੀਜ਼ੌਂਟਲ ਫੋਰਸ ਸੀ। ਸੋ ਇਹਦਾ ਕੰਪੋਨੈਂਟ ਕਿੰਨਾ ਆ ਗਿਆ F1 ਤੇ F1y ਇਹ ਹੌਰੀਜ਼ੌਂਟਲ ਫੋਰਸ ਦੀ, ਇਹਦਾ ਵੀ ਕੋਈ ਵੀ ਕੰਪੋਨੈਂਟ ਵਰਟੀਕਲ ਨਹੀਂ ਹੈਗਾ, ਦੈਟ ਮੀਨਸ 0। ਸੈਕੰਡ ਫੋਰਸ ਕੀ ਹੈ ਵਰਟੀਕਲ ਲੱਗ ਰਹੀ ਹੈ F2x, ਇਹਦਾ x ਕੰਪੋਨੈਂਟ ਕੋਈ ਨਹੀਂ ਹੈ ਕਿਉਂਕਿ ਜਿਹੜੀ ਫੋਰਸ ਸਾਡੀ ਵਰਟੀਕਲ ਲੱਗ ਰਹੀ ਹੈ, ਇਹਦਾ ਵਰਟੀਕਲ ਕੰਪੋਨੈਂਟ F2y ਕੀ ਆ ਜਾਏਗਾ F2। F3 फोर्स ਅਸੀਂ ਦੋ ਕੰਪੋਨੈਂਟਸ ਤੇ ਵੀ ਡਿਵਾਈਡ ਕੀਤੀ ਹੈ, one is in x direction and second is in y direction। same as it is जो एंगल ਦੇ ਨਾਲ जो एक्सिस होएगी वो cos होएगी, that means minus F3 cos 60 डिग्री। जो वर्टिकल होएगी वो की होएगी sin, that is F3y is equals to minus F3 sin 60 डिग्री।